ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਉਹ ਸਾਰੇ ਸਟੂਡੈਂਟ ਜਿਨ੍ਹਾਂ ਨੇ ਸੈਪਟੈਂਬਰ ਦੇ ਵਿੱਚ ਕੈਨੇਡਾ ਦੀ ਫਾਈਲ ਲਗਾਉਣੀ ਹੈ, ਅੱਜ ਦੇ ਸ਼ੋਅ ਨੂੰ ਜ਼ਰੂਰ ਦੇਖਣ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਨੂੰ ਲੱਗਦਾ ਹੈ ਕਿ ਹਜੇ ਸੈਪਟੈਂਬਰ ਦੇ ਵਿੱਚ ਟਾਈਮ ਬਹੁਤ ਪਿਆ, ਬਟ ਕੁਝ ਟੈਕਨੀਕਲ ਚੀਜ਼ਾਂ ਜਿਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਸ ਤੋਂ ਲੇਟ ਹੋਣ 'ਤੇ ਬਹੁਤ ਸਾਰੀਆਂ ਦਿੱਕਤਾਂ ਆ ਸਕਦੀਆਂ। ਸੋ ਬੈਸਟ ਟਾਈਮ ਕੀ ਹੈ, ਕਦੋਂ ਤੱਕ ਤੁਹਾਡੀ ਸੈਪਟੈਂਬਰ ਇਨਟੇਕ ਦੀ ਫਾਈਲ ਲੌਂਚ ਹੋ ਜਾਣੀ ਚਾਹੀਦੀ ਹੈ, ਅੱਜ ਦੇ ਸਾਡੇ ਇਸ ਡਿਸਕਸ਼ਨ ਦੇ ਵਿੱਚ ਸਮਝਾਂਗੇ। ਸਾਡੇ ਨਾਲ ਅੱਜ ਇੱਕ ਬੜੇ ਹੀ ਵਧੀਆ ਇੰਟੈਲੈਕਚੁਅਲ ਐਕਸਪਰਟ ਮੌਜੂਦ ਨੇ, ਬ੍ਰੌਡਵੇ ਇਮੀਗ੍ਰੇਸ਼ਨ ਦੇ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ ਜੀ। ਸਵਾਗਤ ਹੈ ਜੀ। ਥੈਂਕ ਯੂ ਦੀਪਕ ਜੀ। ਸੋ ਜਗਪ੍ਰੀਤ ਜੀ, ਸੈਪਟੈਂਬਰ ਦੀ ਲੌਂਚਮੈਂਟ ਨੂੰ ਲੈ ਕੇ ਮੇਰੇ ਦੋ ਸਵਾਲ ਨੇ। ਪਹਿਲਾ ਇਹ ਕਿ ਸਟੂਡੈਂਟਸ ਦਾ ਮਾਈਂਡ ਸੈਟ ਕੀ ਕਹਿੰਦਾ ਪ੍ਰੈਜ਼ੈਂਟਲੀ ਜਿਨ੍ਹਾਂ ਨੇ ਹਜੇ ਫਾਈਲ ਲਾਂਚ ਨਹੀਂ ਕੀਤੀ। ਦੂਸਰਾ, ਤੁਹਾਡਾ ਐਜ਼ ਐਨ ਐਕਸਪਰਟ ਐਡਵਾਈਸ ਕੀ ਹੈ? ਦੇਖੋ ਦੀਪਕ ਜੀ, ਨਾਰਮਲੀ ਅਸੀਂ ਅਗਰ ਗੱਲ ਕਰੀਏ, ਬਹੁਤ ਸਾਰੇ ਸੋਸ਼ਲ ਮੀਡੀਆਸ ਤੇ ਈਵਨ ਆਪਣੇ ਚੈਨਲਸ ਤੇ ਵੀ ਅਸੀਂ ਰਿਜ਼ਲਟ ਦੀ ਕੁਆਂਟੀਟੇਟਿਵ ਔਰ ਕੁਆਲੀਟੇਟਿਵ ਐਨਾਲਿਸਿਸ ਕਰਦੇ ਰਹੇ ਹਾਂ, ਜਿਹਦੇ ਵਿੱਚ ਟਾਈਪ ਆਫ ਰਿਜ਼ਲਟ ਕਿੱਦਾਂ ਦੇ ਆ ਰਹੇ ਨੇ, ਪੋਜ਼ਿਟਿਵ ਆ ਰਹੇ ਨੇ, ਨੈਗੇਟਿਵ ਆ ਰਹੇ ਨੇ, ਕਿਹਦੀ ਰੇਸ਼ੋ ਜ਼ਿਆਦੀ ਹੈ, ਕਿਹੜੇ ਪ੍ਰੋਫਾਈਲ ਨੂੰ ਵੀਜ਼ਾ ਮਿਲ ਰਿਹਾ, ਕਿਹਨੂੰ ਨਹੀਂ ਮਿਲ ਰਿਹਾ, ਕਿੰਨਾ ਕੁ ਪ੍ਰੋਸੈਸ ਟਾਈਮ ਲੱਗ ਰਿਹਾ ਹੈ, 3 ਮਹੀਨੇ ਲੱਗ ਰਹੇ ਨੇ, ਕਿਸੇ ਨੂੰ ਰਿਜ਼ਲਟ 3 ਹਫ਼ਤੇ 'ਚ ਵੀ ਮਿਲ ਰਹੇ ਨੇ। ਬਟ ਇਹਦੇ ਨਾਲ ਇੱਕ ਬਹੁਤ ਇੰਪੋਰਟੈਂਟ ਸੈਗਮੈਂਟ ਕੈਨੇਡਾ ਪ੍ਰੋਸੈਸਿੰਗ ਦਾ ਐਟ ਪ੍ਰੈਜ਼ੈਂਟ ਹੈ, ਜਿਹੜਾ ਕਿ ਸੈਪਟੈਂਬਰ ਇਨਟੇਕ ਹੈ। ਨਾਰਮਲੀ ਅਗਰ ਮੈਂ ਕੈਨੇਡਾ ਦੇ ਇਨਟੇਕਸ ਦੀ ਗੱਲ ਕਰਾਂ ਤਾਂ ਸੈਪਟੈਂਬਰ ਇਨਟੇਕ ਜਿਹੜਾ ਹੈ ਇਹ ਸਭ ਤੋਂ ਹੈਵੀਐਸਟ ਇਨਟੇਕ ਹੈ, ਅਗਰ ਇਹਨੂੰ ਆਪਾਂ ਕੰਸੀਡਰ ਕਰੀਏ ਫਰੋਮ ਦੀ ਇਨਟੇਕ ਕੈਪੈਸਿਟੀ। ਸੋ ਦਿਸ ਮੀਨਸ ਕਿ ਸੈਪਟੈਂਬਰ ਦੀਆਂ ਆਟੋਮੈਟਿਕਲੀ ਨੰਬਰ ਆਫ ਐਪਲੀਕੇਸ਼ਨਸ ਬਹੁਤ ਜ਼ਿਆਦੀਆਂ ਹੋਣਗੀਆਂ। ਜਿਹਦੇ ਵਿੱਚ ਆਪਾਂ ਪ੍ਰੋਸੈਸਿੰਗਸ ਦੀ ਗੱਲ ਕਰੀਏ ਤਾਂ ਆਪਾਂ ਨੂੰ 90 ਡੇਜ਼ ਦੇ ਵਿੱਚ ਆਲਮੋਸਟ 70-80% ਐਪਲੀਕੇਸ਼ਨਸ ਦੇ ਰਿਜ਼ਲਟ ਦੇਖਣ ਨੂੰ ਮਿਲਦੇ। ਸੋ ਸੈਪਟੈਂਬਰ ਨੂੰ ਲੈ ਕੇ ਸਟੂਡੈਂਟਸ ਨੂੰ ਬਿਲਕੁਲ ਵੀ ਲਾਈਟਲੀ ਨਹੀਂ ਲੈਣਾ ਚਾਹੀਦਾ। ਪ੍ਰੈਜ਼ੈਂਟ ਜਿਹੜੀ ਸਟੂਡੈਂਟ ਦੀ ਪਰਸੈਪਸ਼ਨ ਬਣੀ ਹੈ, ਕਿਉਂਕਿ ਮੈਂ ਡੇਲੀ ਬੇਸਿਸ ਤੇ ਮੂਵ ਔਨ ਕਰਦਾ ਹੈ, ਮੈਨੂੰ ਅਲੱਗ-ਅਲੱਗ ਸ਼ਹਿਰਾਂ ਦੇ ਸਟੂਡੈਂਟ ਆ ਕੇ ਮਿਲਦੇ ਨੇ। ਮੈਂ ਨਹੀਂ ਕਹਿੰਦਾ ਕਿ ਇੱਕ ਪਰਟੀਕੂਲਰ ਸਿਟੀ ਨੂੰ ਲੈ ਕੇ ਜਿੱਥੇ ਕੋਈ ਇੱਕ ਪਰਟੀਕੂਲਰ ਵੇਵ ਚੱਲ ਰਹੀ ਹੈ ਸਟੂਡੈਂਟ ਦਾ ਮਾਈਂਡ ਸੈਟ ਹੈ, ਬਟ ਮੈਂ ਜੋਗ੍ਰਾਫੀਕਲੀ ਡੈਮੋਗ੍ਰਾਫੀਕਲੀ ਵੀ ਦੇਖਾਂ ਤਾਂ ਉਹਦੇ ਵਿੱਚ ਸਟੂਡੈਂਟ ਦੀ ਵੇਰੀਏਸ਼ਨ 'ਚ ਵੀ ਇੱਕ ਪਰਸੈਪਸ਼ਨ ਹੈ ਕਿ ਹਾਲੇ ਮਾਰਚ ਮੰਥ ਚੱਲਦਾ ਪਿਆ ਤੇ ਸੈਪਟੈਂਬਰ ਬਹੁਤ ਦੂਰ ਹੈ। ਕੀ ਆਪਾਂ ਨੂੰ ਕਦੋਂ ਅਪਲਾਈ ਕਰਨਾ ਚਾਹੀਦਾ? ਸਟੂਡੈਂਟ ਇਹ ਵੀ ਪੁੱਛਦੇ ਨੇ ਆਪਾਂ ਨੂੰ ਪ੍ਰੋਸੈਸ ਕਦੋਂ ਸਟਾਰਟ ਕਰਨਾ ਚਾਹੀਦਾ। ਸੋ ਉਹਦੇ 'ਚ ਇੱਕ ਬਹੁਤ ਕਲੀਅਰ ਮੇਰੀ ਸਟੇਟਮੈਂਟ ਹੈ ਕਿ ਪ੍ਰੋਸੈਸ ਸਟਾਰਟ ਕਰਨ ਦੇ ਲਈ ਮੈਂ ਕਦੀ ਵੀ ਕਿਸੇ ਪਰਟੀਕੂਲਰ ਟਾਈਮ ਡਿਊਰੇਸ਼ਨ ਦੀ ਜਾਂ ਇੱਕ ਲੈਂਥ ਪੀਰੀਅਡ ਦੀ ਕੋਈ ਇਦਾਂ ਦੀ ਡੈਫੀਨੇਸ਼ਨ ਨਹੀਂ ਦਿੰਦਾ, ਕਿਉਂਕਿ ਸਟੂਡੈਂਟ ਨੂੰ ਸਮਝਣਾ ਚਾਹੀਦਾ। ਸੋ ਆਈਡੀਅਲੀ ਕੀ ਹੋਣਾ ਚਾਹੀਦਾ? ਮਤਲਬ ਜੇ ਅੱਜ ਤੁਹਾਡੇ ਕੋਲ ਡਾਕੂਮੈਂਟ ਪੂਰੇ ਨੇ, ਆਇਲਸ ਦੇ ਡਾਕੂਮੈਂਟ ਆ ਗਏ ਨੇ ਤਾਂ ਕਰ ਦਿਓ, ਜਾਂ ਜੇ ਬਾਕੀ ਸਾਰੇ ਡਾਕੂਮੈਂਟ ਪੂਰੇ ਨੇ, ਹਜੇ ਆਇਲਸ ਦਾ ਰਿਜ਼ਲਟ ਅਵੇਟਿਡ ਹੈ ਤਾਂ ਵੀ ਕਰ ਦਿਓ। ਦੇਖੋ ਦੀਪਕ ਜੀ, ਕੈਨੇਡਾ ਦੇ ਵਿੱਚ ਕੰਡੀਸ਼ਨਲ ਆਫਰਸ ਦਾ ਤਾਂ ਸਿਚੁਏਸ਼ਨ ਬਹੁਤ ਲੋ ਰਹਿੰਦਾ ਹੈ। ਬਹੁਤ ਸਾਰੇ ਇੰਸਟੀਟਿਊਸ਼ਨਸ ਨਹੀਂ ਦਿੰਦੇ, ਬਹੁਤ ਸਾਰੇ ਪ੍ਰੋਗਰਾਮਸ ਤੇ ਨਹੀਂ ਮਿਲਦਾ, ਇਹ ਇੱਕ ਅਲੱਗ ਇਸ਼ੂ ਹੈ। ਬਟ ਅਗਰ ਕਦੋਂ ਅਪਲਾਈ ਕਰਨਾ ਚਾਹੀਦਾ, ਕਦੋਂ ਸਟਾਰਟ ਕਰਨਾ ਚਾਹੀਦਾ, ਹੁਣ ਜੇ ਦੋ ਸਟੂਡੈਂਟ ਹੈ, ਇੱਕ ਉਹ ਸਟੂਡੈਂਟ ਹੈ ਜਿਨ੍ਹਾਂ ਨੇ ਐਪਲੀਕੇਸ਼ਨ ਵੈਲ ਇਨ ਨਵੰਬਰ ਦਸੰਬਰ 'ਚ ਸਟਾਰਟ ਕਰ ਦੀ, ਉਹਨਾਂ ਦੇ ਕੋਲ ਆਫਰਸ ਆ ਚੁੱਕੇ ਨੇ, ਕਿਉਂਕਿ ਆਫਰਸ ਨੇ ਵੀ ਡੇਢ ਮਹੀਨਾ ਲਿਆ। ਸੋ ਆਫਰ ਆ ਚੁੱਕੇ ਨੇ, ਉਹ ਟਿਊਸ਼ਨ ਫੀ ਪੇ ਕਰ ਚੁੱਕੇ। ਉਹ ਸਟੂਡੈਂਟਸ ਨੂੰ ਮੈਂ ਐਡਵਾਈਸ ਕਰਾਂਗਾ ਕਿ ਹੁਣ ਉਹ ਜਿੰਨੀ ਜਲਦੀ ਹੈ ਬਾਕੀ ਫਾਰਮੈਲਿਟੀਜ਼ ਨੂੰ ਕੰਪਲੀਟ ਕਰਨ ਔਰ ਆਪਣੀ ਐਪਲੀਕੇਸ਼ਨ ਨੂੰ ਸੈਪਟੈਂਬਰ ਇਨਟੇਕ ਦੇ ਲਈ ਲੌਂਚ ਕਰ ਦੇਣ। ਬਟ ਜਿਨ੍ਹਾਂ ਨੇ ਹਾਲੇ ਸਟਾਰਟ ਨਹੀਂ ਕੀਤਾ, ਅੱਜ ਦੀ ਡੇਟ ਦੇ ਵਿੱਚ ਵੀ ਮੈਨੂੰ ਸਟੂਡੈਂਟ ਮਿਲਦੇ ਆ, ਉਹ ਆ ਕੇ ਸਿਰਫ ਪ੍ਰੋਫਾਈਲਸ ਨੂੰ ਡਿਸਕਸ ਕਰ ਰਹੇ ਆ, 2-2 3-3 ਸਾਲ ਦਾ ਗੈਪ ਹੈ। ਸੋ ਉਹ ਸਟੂਡੈਂਟਸ ਨੂੰ ਮੈਂ ਐਡਵਾਈਸ ਕਰੂੰਗਾ ਕਿ ਜੇ 90 ਡੇਜ਼ ਦੀ ਪ੍ਰੋਸੈਸਿੰਗ ਹੈ, ਜੇ 3 ਮਹੀਨੇ ਦੀ ਪ੍ਰੋਸੈਸਿੰਗ ਹੈ ਤੇ ਕਲਾਸ ਸਟਾਰਟ ਡੇਟ ਹੈ 6-7 ਸੈਪਟੈਂਬਰ, ਤਾਂ ਤੁਸੀਂ ਕੰਸੀਡਰ ਕਰ ਲਓ ਕਿ ਤੁਹਾਡੀ ਜਿਹੜੀ ਫਾਈਲ ਹੈ ਉਹ ਮਈ ਦੇ ਵਿੱਚ ਲੌਂਚ ਹੋ ਜਾਣੀ ਚਾਹੀਦੀ ਹੈ, ਤਾਂ ਕਿ ਜੂਨ, ਜੁਲਾਈ ਔਰ ਅਗਸਤ ਤੱਕ ਜਾਂਦੇ ਜਾਂਦੇ ਤੁਹਾਡਾ ਰਿਜ਼ਲਟ ਤੁਹਾਡੇ ਹੱਥ 'ਚ ਹੋਵੇ ਔਰ ਤੁਸੀਂ ਔਨ ਟਾਈਮ ਆਪਣੇ ਕਲਾਸ ਸਟੇਟ ਦੇ ਅਕੋਰਡਿੰਗਲੀ ਆਪਣੀਆਂ ਕਲਾਸਿਸ ਜਿਹੜੀਆਂ ਨੇ ਉਹਨਾਂ ਨੂੰ ਅਟੈਂਡ ਕਰ ਪਾਓ। ਸੋ ਮਈ ਤੱਕ ਲੌਂਚ ਹੋ ਜਾਣੀ ਚਾਹੀਦੀ। ਓਬਵੀਅਸਲੀ। ਸੋ ਲੌਂਚ ਹੋਣ ਦੀ ਡੇਟ ਵੀ ਕਈ ਸਟੂਡੈਂਟਸ ਨੇ ਕਮੈਂਟ ਦੇ ਵਿੱਚ ਪੁੱਛਿਆ ਸੀਗਾ, ਉਹਨੂੰ ਕਦੋਂ ਤੋਂ ਗਿਣਦੇ ਆ? ਲੌਂਚ ਤਾਂ ਤੁਸੀਂ ਜਦੋਂ ਫਾਈਲ ਆਨਲਾਈਨ ਸਬਮਿਟ ਕਰ ਦਿੱਤੀ, ਉਸ ਤੋਂ ਬਾਅਦ ਉਹ ਕੰਪਲੀਟ ਕੰਸੀਡਰ ਉਦੋਂ ਹੁੰਦੀ ਹੈ ਜਦੋਂ ਤੁਹਾਡੇ ਬਾਇਓਮੈਟ੍ਰਿਕਸ ਹੈ। ਸੋ ਬਾਇਓਮੈਟ੍ਰਿਕਸ ਹੁੰਦੇ ਨੇ, ਉਹਦੇ 'ਚ ਕਈ ਸਟੂਡੈਂਟ ਨੂੰ ਸੇਮ ਡੇ ਵੈਲੀਡੇਸ਼ਨ ਅਪਡੇਟ ਆ ਜਾਂਦਾ ਹੈ, ਕੁਝ ਨੂੰ ਹਫਤਾ 10 ਦਿਨ ਵੀ ਲੱਗ ਜਾਂਦਾ ਹੈ। ਸੋ ਕੰਪਲੀਟ ਪ੍ਰੋਫਾਈਲ ਹੋਣ ਦੇ ਉੱਤੇ 60 ਦਿਨ ਲੱਗ ਰਹੇ ਆ। ਸੋ ਲੌਂਚ ਕਰਨ ਤੋਂ 20-25 ਦਿਨ 15 ਦਿਨ ਬਾਅਦ ਦੀ ਬਾਇਓਮੈਟ੍ਰਿਕ ਅਪਾਇੰਟਮੈਂਟ ਹੈ, ਹਫਤਾ 10 ਦਿਨ ਉਹਦੇ ਅਪਡੇਸ਼ਨ 'ਚ ਵੀ ਮੰਨ ਕੇ ਚੱਲੀਏ, ਫਿਰ ਉਸ ਤੋਂ ਬਾਅਦ 60 ਡੇਜ਼ ਹੋਰ ਕਾਊਂਟ ਕਰੋ। ਸੋ ਟੋਟਲ 90 ਡੇਜ਼। ਸੋ ਉਹ ਪੁਆਇੰਟ ਨੂੰ ਤੁਸੀਂ ਆਪਣੇ ਮਾਈਂਡ 'ਚ ਰੱਖੋ। ਆਫਰ ਲੈਟਰ ਆਉਣ ਨੂੰ ਵੀ 1.5 ਮਹੀਨੇ ਦਾ ਟਾਈਮ ਲੱਗ ਰਿਹਾ, ਅਗਰ ਤੁਸੀਂ ਇੱਕ ਅੱਛੇ ਇੰਸਟੀਟਿਊਸ਼ਨ ਦੇ ਵਿੱਚ ਵਧੀਆ ਪ੍ਰੋਗਰਾਮ 'ਚ ਜਾ ਰਹੇ ਹੋ। ਸੋ ਮਾਰਚ ਮੰਥ ਹੈ, ਅਪ੍ਰੈਲ ਦੇ ਐਂਡ ਤੱਕ ਮੰਨ ਲਓ ਜਾਂ ਮਈ ਦੇ ਸਟਾਰਟ 'ਚ ਮੰਨ ਲਓ ਤਾਂ ਤੁਹਾਡੇ
ਕੋਲ ਆਫਰ ਆਉਂਦਾ ਹੈ, ਫੀਸ ਪੇ ਕਰਨੀ ਹੈ, LOA ਆਉਣ ਨੂੰ ਵੀ ਹਫਤੇ 10 ਦਿਨ ਦਾ ਟਾਈਮ ਹੈ। ਤਾਂ ਇਹ ਬੜਾ ਇੱਕ ਪੂਰਾ ਕੈਲਕੂਲੇਟ ਲਾਉਂਗੇ ਤੇ ਬਹੁਤ ਆਪਟੀਮਾਈਜ਼ਡ ਪ੍ਰੋਸੈਸਿੰਗ ਹੋਏਗੀ, ਜਿਹਦੇ ਵਿੱਚ ਹਲਕਾ ਵੀ ਸਟੂਡੈਂਟ ਇੱਧਰ ਉੱਧਰ ਹੁੰਦਾ ਹੈ ਤਾਂ ਉਹਦੇ ਫਿਰ ਡਿਲੇ ਦੇ ਚਾਂਸਸ ਉੱਥੋਂ ਅਰਾਈਜ਼ ਹੋਣੇ ਸਟਾਰਟ ਹੋ ਸਕਦੇ ਆ। ਸੋ ਇੱਕ ਬੜਾ ਹੀ ਇੰਪੋਰਟੈਂਟ ਜਿਹੜੀ ਅੱਜ ਦੀ ਡਿਸਕਸ਼ਨ ਸੀਗੀ, ਇਹਦੇ ਜਿਹੜੇ ਪੁਆਇੰਟ ਨੇ ਮੈਂ ਸਟੂਡੈਂਟਸ ਤੁਹਾਨੂੰ ਰਿਕੁਐਸਟ ਕਰੂੰਗਾ ਜ਼ਰੂਰ ਨੋਟ ਕਰ ਲਓ, ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ, ਡਿਲੇ ਦੇਖਣਾ ਪੈ ਜਾਂਦਾ ਕਈ ਵਾਰੀ ਤੁਹਾਨੂੰ। ਤੇ ਚੈਨਲ ਨੂੰ ਵੀ ਜ਼ਰੂਰ ਤੁਸੀਂ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਇਹੋ ਜਿਹੇ ਜਿਹੜੇ ਇੰਪੋਰਟੈਂਟ ਅਪਡੇਟਸ ਨੇ ਤੁਹਾਡੇ ਤੱਕ ਪਹੁੰਚਦੇ ਰਹਿਣ। ਧੰਨਵਾਦ। ਥੈਂਕ ਯੂ ਜੀ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।